ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਵਿਧਾਤਾ ਸਿੰਘ ਧੀਰ ਬਾਰੇ। ਜਨਮ। ਵਿਧਾਤਾ ਸਿੰਘ ਧੀਰ ਦਾ ਜਨਮ 15 ਅਗਸਤ 1901 ਨੂੰ ਪਿੰਡ ਘਗਰੋਟ, ਜ਼ਿਲ੍ਹਾ ਰਾਵਲਪਿੰਡੀ, ਜੋ ਕਿ ਹੁਣ ਪਾਕਿਸਤਾਨ ਵਿੱਚ ਹੈ, ਪੋਠੋਹਾਰ ਦੇ ਇਲਾਕੇ ਵਿੱਚ ਹੋਇਆ। ਮਾਤਾ ਪਿਤਾ। ਆਪਦੇ ਪਿਤਾ ਦਾ ਨਾਂ ਸਰਦਾਰ ਹੀਰਾ ਸਿੰਘ ਸੀ। ਮਾਤਾ ਦਾ ਨਾਂ ਕਾਹਨੀ ਦੇਵੀ ਸੀ। ਪੀੜ੍ਹੀ। ਵਿਧਾਤਾ ਸਿੰਘ ਧੀਰ ਪਹਿਲੀ ਅਤੇ ਦੂਜੀ ਦੋਵਾਂ ਪੀੜ੍ਹੀ ਵਿੱਚ ਹਨ। ਮੁੱਢਲਾ ਨਾਂ। ਆਪ ਦਾ ਮੁੱਢਲਾ ਨਾਂ ਦਮੋਦਰ ਸੀ। 1915 ਵਿੱਚ ਉਸ ਨੇ ਅੰਮ੍ਰਿਤ ਛਕ ਕੇ ਆਪਣਾ ਨਾਂ ਵਿਧਾਤਾ ਸਿੰਘ ਕਰ ਲਿਆ ਅਤੇ ਕਵਿਤਾ ਲਈ ਧੀਰ ਉਪਨਾਮ ਅਪਣਾਇਆ। ਰਿਸ਼ਤਾ। ਹੀਰਾ ਸਿੰਘ ਦਰਦ ਆਪ ਦੇ ਮਾਮਾ ਜੀ ਸਨ। ਆਪ ਨੇ ਉਹਨਾਂ ਦੀ ਸ਼ਾਗਿਰਦੀ ਕੀਤੀ। ਸਿੱਖਿਆ ਅਤੇ ਨੌਕਰੀ। ਵਿਧਾਤਾ ਸਿੰਘ ਨੇ ਪ੍ਰਾਇਮਰੀ ਤੱਕ ਦੀ ਸਿੱਖਿਆ ਖਾਲਸਾ ਪ੍ਰਚਾਰ ਵਿਦਿਆਲਿਆ, ਤਰਨਤਾਰਨ ਤੋਂ ਹਾਸਿਲ ਕੀਤੀ। ਵਿਧਾਤਾ ਸਿੰਘ ਨੇ ਰਾਗ ਵਿੱਦਿਆ ਵੀ ਪ੍ਰਾਪਤ ਕੀਤੀ ਅਤੇ ਕੁਝ ਸਮਾਂ ਗ੍ਰੰਥੀ ਵਜੋਂ ਨੌਕਰੀ ਵੀ ਕੀਤੀ। ਕੁਝ ਸਮੇਂ ਲਈ ਅੰਮ੍ਰਿਤਸਰ ਵਿੱਚ ਕਿਤਾਬਾਂ ਦੀ ਦੁਕਾਨ ਵੀ ਚਲਾਈ ਅਤੇ ਮਗਰੋਂ ਉਸ ਨੇ ਅੰਮ੍ਰਿਤਸਰ ਵਿੱਚ ਹੀ ਦਵਿੰਦਰ ਗਿਆਨੀ ਕਾਲਜ ਵੀ ਚਲਾਇਆ। ਸਾਹਿਤ ਰਚਨਾ। ਵਿਧਾਤਾ ਸਿੰਘ ਪੰਜਾਬੀ ਕਵਿਤਾ ਦੇ ਪਹਿਲੇ ਦੌਰ ਦੇ ਸਟੇਜੀ ਕਵੀ ਸਨ। ਗੁਰਦੇਵ ਮਾਨ ਅਨੁਸਾਰ ਧੀਰ ਜੀ ਦੀ ਧਾਰਮਿਕ ਪੰਜਾਬੀ ਕਵੀ ਦਰਬਾਰਾਂ ਦੀ ਸਟੇਜ ਉੱਤੇ ਮਰਦੇ ਦਮ ਤੱਕ ਧਾਕ ਰਹੀ। ਕੁਲਵੀਰ ਸਿੰਘ ਕਾਂਗ ਨੇ ਧੀਰ ਨੂੰ ਮਹਾਕਵੀ ਦਾ ਦਰਜਾ ਦਿੰਦਿਆਂ ਲਿਖਿਆ ਹੈ ਕਿ ਉਸ ਦੀ ਆਵਾਜ਼, ਲਹਿਜਾ, ਖਿਆਲ ਉਡਾਰੀ, ਬਹਿਰ ਤੇ ਛੰਦ ਦੀ ਪਕਿਆਈ ਤੇ ਵਿਚਾਰ ਦੀ ਪ੍ਰਗਤੀ ਉਸ ਨੂੰ ਮਹਾਕਵੀ ਦਾ ਦਰਜਾ ਦਿੰਦੀ ਹੈ। ਧੀਰ ਦੀ ਕਵਿਤਾ ਵਿੱਚ ਇੱਕ ਪਾਸੇ ਸੱਚੇ ਧਰਮ ਦੀ ਰੰਗਨ ਅਤੇ ਗੁਰੂ ਜਸ ਦੀ ਮਹਿਮਾ ਸੀ, ਦੂਜੇ ਪਾਸੇ ਦੇਸ਼ ਦੀ ਆਜ਼ਾਦੀ ਲਈ ਤੜਪ ਸੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹੀ ਤੜਪ ਹਰ ਪੀੜਤ ਧਿਰ ਦੇ ਹੱਕ ਵਿੱਚ ਲਲਕਾਰ ਬਣ ਗਈ। ਧੀਰ ਨੇ ਸਮਾਜਿਕ ਸਮੱਸਿਆਵਾਂ ਉੱਪਰ ਵੀ ਅਨੇਕਾਂ ਕਵਿਤਾਵਾਂ ਲਿਖੀਆਂ। ਧੀਰ ਨੇ ਕੁਝ ਦੇਰ ਲਈ ਮਾਸਿਕ ਪੱਤਰਿਕਾ ਫੁਲਵਾੜੀ ਵਿੱਚ ਵੀ ਕੰਮ ਕੀਤਾ। ਧੀਰ ਨੇ ਕਰਤਾਰ ਸਿੰਘ ਬਲਗਣ ਨਾਲ ਮਿਲ ਕੇ ਕੁਝ ਸਮੇਂ ਲਈ ਪੰਜਾਬੀ ਮਾਸਿਕ ਪੱਤਰ ਕਵਿਤਾ ਦਾ ਸੰਪਾਦਨ ਵੀ ਕੀਤਾ। ਧੀਰ ਦੀਆਂ ਕਵਿਤਾਵਾਂ ਪੰਜਾਬ ਦੇ ਗੌਰਵਮਈ ਇਤਿਹਾਸ ਦਾ ਚਿੱਤਰਣ ਵੀ ਕਰਦੀਆਂ ਹਨ। ਧੀਰ ਨੇ ਦੋਸਤੋਵਸਕੀ ਦੀ ਰੂਸੀ ਰਚਨਾ ਕ੍ਰਾਈਮ ਐਂਡ ਪਨਿਸ਼ਮੈਂਟ ਦਾ ਅਨੁਵਾਦ ਪੰਜਾਬੀ ਵਿੱਚ 3 ਸਿਪਾਹੀ ਸਿਰਲੇਖ ਅਧੀਨ ਕੀਤਾ। ਧੀਰ ਨੇ ਭਾਈ ਨੰਦ ਲਾਲ ਗੋਆ ਦੀਆਂ ਫਾਰਸੀ ਗਜ਼ਲਾਂ ਦਾ ਪੰਜਾਬੀ ਉਲਥਾ ਸੱਚੀ ਪ੍ਰੀਤ ਦੇ ਸਿਰਲੇਖ ਹੇਠ ਕੀਤਾ। ਵਿਧਾਤਾ ਸਿੰਘ ਨੇ ਕਿਸਾਨਾਂ ਨੂੰ ਖੇਤ ਦਾ ਸਾਧੂ ਕਿਹਾ ਸੀ। ਕਾਵਿ ਸੰਗ੍ਰਹਿ। ਵਿਧਾਤਾ ਸਿੰਘ ਧੀਰ ਦੇ ਕਾਵਿ ਸੰਗ੍ਰਹਿ ਇਸ ਤਰ੍ਹਾਂ ਹਨ। ਤੀਰ ਤਰੰਗ 1926 ਵਿੱਚ, ਅਣਿਆਲੇ ਤੀਰ 1930 ਵਿੱਚ, ਮਿੱਠੇ ਮੇਵੇ 1934 ਵਿੱਚ, ਧਰੂਆ ਭਗਤ 1931 ਵਿੱਚ, ਬਚਨ ਬਿਲਾਸ 1935 ਵਿੱਚ, ਨਲ ਦਮਯੰਤੀ 1937 ਵਿੱਚ, ਨਵੇਂ ਨਿਸ਼ਾਨੇ 1940 ਵਿੱਚ, ਦਸ਼ਮੇਸ਼ ਦਰਸ਼ਨ 1941 ਵਿੱਚ, ਗੂੰਗੇ ਗੀਤ 1944 ਵਿੱਚ, ਬੰਦਾ ਬਹਾਦਰ 1946 ਵਿੱਚ, ਰੂਪ ਰਾਣੀ ਸ਼ਕੁੰਤਲਾ 1948 ਵਿੱਚ, ਕਾਲ ਕੁੱਕਾ 1946 ਵਿੱਚ, ਭਿੰਨੀ ਰੈਣੜੀਏ 1969 ਵਿੱਚ, ਸਿੱਖੀ ਦਾ ਚਾਨਣ 1980 ਵਿੱਚ। ਮਿੱਠੇ ਮੇਵੇ ਕਾਵਿ ਸੰਗ੍ਰਹਿ ਬੱਚਿਆਂ ਲਈ ਰਚੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ। ਆਰੰਭ ਵਿੱਚ ਵਿਧਾਤਾ ਸਿੰਘ ਧੀਰ ਨੇ ਸ਼ਹੀਦੀ ਵਾਰਾਂ ਦਾ ਕਾਵਿ ਸੰਗ੍ਰਹਿ ਵੀ ਪ੍ਰਕਾਸ਼ਿਤ ਕੀਤਾ ਸੀ। ਵਿਧਾਤਾ ਸਿੰਘ ਧੀਰ ਨੇ ਅਕਾਲੀ ਲਹਿਰ ਦੇ ਆਦਰਸ਼ਾਂ ਤੋਂ ਪ੍ਰਭਾਵਿਤ ਹੋ ਕੇ ਕਾਵਿ ਰਚਨਾ ਸ਼ੁਰੂ ਕੀਤੀ। ਤੀਰ ਤਰੰਗ 1926 ਵਿੱਚ ਇਨਕਲਾਬੀ ਕਵਿਤਾਵਾਂ ਹੋਣ ਕਰਕੇ ਅੰਗਰੇਜ਼ ਸਰਕਾਰ ਨੇ ਇਹ ਕਾਵਿ ਸੰਗ੍ਰਹਿ ਜ਼ਬਤ ਕਰ ਲਿਆ ਅਤੇ ਧੀਰ ਨੂੰ ਜੁਰਮਾਨਾ ਅਤੇ ਕੈਦ ਵੀ ਹੋਈ। ਵਿਧਾਤਾ ਸਿੰਘ ਅਣਿਆਲੇ ਤੀਰ ਨੂੰ ਆਪਣਾ ਪਹਿਲਾ ਕਾਵਿ ਸੰਗ੍ਰਹਿ ਮੰਨਦਾ ਹੈ। ਧਰੂਆ ਭਗਤ ਕਾਵਿ ਸੰਗ੍ਰਹਿ ਦੀ ਰਚਨਾ 1915 ਵਿੱਚ ਪਰ ਪ੍ਰਕਾਸ਼ਨ 1931 ਵਿੱਚ ਹੋਇਆ, ਸੋ ਲਿਖਣ ਪੱਖੋਂ ਵਿਧਾਤਾ ਸਿੰਘ ਧੀਰ ਦੀ ਪਹਿਲੀ ਰਚਨਾ ਧਰੂਆ ਭਗਤ ਸੀ। ਬਚਨ ਬਿਲਾਸ ਕਾਵਿ ਸੰਗ੍ਰਹਿ ਵਿੱਚ ਸਿੱਖ ਧਰਮ ਸੰਬੰਧੀ ਰਚਨਾਵਾਂ ਹਨ। ਨਲ ਦਮਯੰਤੀ ਇੱਕ ਲੰਮੀ ਬਿਰਤਾਂਤਕ ਕਵਿਤਾ ਹੈ ਜੋ ਕਿ ਇੱਕ ਪਾਸੇ ਇੱਕ ਕਿੱਸੇ ਦੇ ਰੂਪ ਵਿੱਚ ਹੈ ਅਤੇ ਪ੍ਰਾਚੀਨ ਭਾਰਤੀ ਪ੍ਰੇਮ ਕਥਾ ਉੱਪਰ ਆਧਾਰਿਤ ਹੈ। ਨਵੇਂ ਨਿਸ਼ਾਨੇ ਕਾਵਿ ਪੁਸਤਕ ਸਿੱਖ ਧਰਮ ਤੇ ਦੇਸ਼ ਪਿਆਰ ਨਾਲ ਸੰਬੰਧਿਤ ਕਵਿਤਾਵਾਂ ਦਾ ਸੰਗ੍ਰਹਿ ਹੈ। ਦਸ਼ਮੇਸ਼ ਦਰਸ਼ਨ ਇੱਕ ਬਿਰਤਾਂਤਕ ਕਾਵਿ ਸੰਗ੍ਰਹਿ ਹੈ ਜਿਸ ਦਾ ਮੁੱਖ ਵਿਸ਼ਾ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਉੱਪਰ ਆਧਾਰਿਤ ਹੈ। ਗੂੰਗੇ ਗੀਤ ਕਾਵਿ ਸੰਗ੍ਰਹਿ ਉੱਪਰ ਇਸ਼ਕ ਹਕੀਕੀ, ਇਸ਼ਕ ਮਜਾਜੀ, ਸੂਫੀ ਰੰਗਨ, ਰਹੱਸਵਾਦ ਦਾ ਪ੍ਰਭਾਵ ਹੈ। ਇਸ ਸੰਗ੍ਰਹਿ ਵਿੱਚ ਕਵੀ ਦੀ ਪ੍ਰਸਿੱਧ ਕਵਿਤਾ ਕਾਲੀ ਗਾਂ ਤੇ ਗੋਰੀ ਗੁਜਰੀ ਹੈ। ਕਵੀ ਨੇ ਇਸ ਵਿੱਚ ਕਾਲੀ ਗਾਂ ਭਾਰਤ ਨੂੰ ਅਤੇ ਗੋਰੀ ਗੁਜਰੀ ਅੰਗਰੇਜ਼ ਹਕੂਮਤ ਨੂੰ ਆਖਿਆ ਹੈ। ਬੰਦਾ ਬਹਾਦਰ ਵੀ ਇੱਕ ਲੰਬੀ ਬਿਰਤਾਂਤਕ ਕਿੱਸਾਨੁਮਾ ਕਵਿਤਾ ਹੈ।
ਰੂਪ ਰਾਣੀ ਸ਼ਕੁੰਤਲਾ ਸੰਸਕ੍ਰਿਤ ਦੇ ਮਹਾਕਵੀ ਕਾਲੀਦਾਸ ਦੀ ਰਚਨਾ ਅਭਿਗਿਆਨ ਸ਼ਕੁੰਤਲਮ ਦਾ ਪੰਜਾਬੀ ਅਨੁਵਾਦ ਹੈ। ਕਾਲ ਕੂਕਾ ਕਾਵਿ ਸੰਗ੍ਰਹਿ ਦੇਸ਼ ਵੰਡ ਬਾਰੇ ਤੇ ਸ਼ਰਨਾਰਥੀਆਂ ਦੀ ਦੁਰਦਸ਼ਾ ਬਾਰੇ ਰਚੀਆਂ ਰਚਨਾਵਾਂ ਦਾ ਸੰਗ੍ਰਹਿ ਹੈ। ਭਿੰਨੀ ਰੈਣੜੀਏ ਕਾਵਿ ਸੰਗ੍ਰਹਿ ਧਾਰਮਿਕ ਕਵਿਤਾਵਾਂ ਦਾ ਸੰਗ੍ਰਹਿ ਹੈ। ਸਿੱਖੀ ਦਾ ਚਾਨਣ ਕਾਵਿ ਸੰਗ੍ਰਹਿ ਨਿਰੰਕਾਰੀ ਲਹਿਰ ਨਾਲ ਸੰਬੰਧਿਤ ਹੈ ਅਤੇ ਇਹ ਵਿਧਾਤਾ ਸਿੰਘ ਧੀਰ ਦੇ ਮਰਨ ਉਪਰੰਤ ਪ੍ਰਕਾਸ਼ਿਤ ਹੋਇਆ ਸੀ। ਕੁਝ ਪ੍ਰਸਿੱਧ ਕਵਿਤਾਵਾਂ: ਮਾਫੀਨਾਮਾ, ਨਵੀਂ ਪੁਰਾਣੀ ਤਹਿਜੀਬ, ਨੌਜਵਾਨ ਹਿੰਦੀ ਨੂੰ, ਚਾਂਦਨੀ ਚੌਂਕ ਬੋਲਿਆ, ਖੇਤਾਂ ਦਾ ਸਾਧੂ, ਟੁੱਟੀ ਗੰਢੀ ਗਈ, ਕਾਲੀ ਗਾਂ ਤੇ ਗੋਰੀ ਗੁਜਰੀ, ਧੁੱਪ ਤੇ ਪਰਛਾਵਾਂ, ਬੰਦਾ ਤੇ ਪਰਛਾਵਾਂ, ਆਲੇ ਭੋਲੇ। ਵਿਧਾਤਾ ਸਿੰਘ ਧੀਰ ਬਿਆਨੀਆਂ ਕਵਿਤਾਵਾਂ ਦਾ ਉਸਤਾਦ ਸ਼ਾਇਰ ਸੀ। ਉਸ ਦੀ ਕਵਿਤਾ ਸ਼ਿੰਗਾਰ, ਕਰੁਣਾ ਅਤੇ ਬੀਰ ਰਸ ਨਾਲ ਭਰਪੂਰ ਹੁੰਦੀ ਸੀ। ਅਲੰਕਾਰਾਂ ਅਤੇ ਬਿੰਬਾਂ ਦੀ ਢੁਕਵੀਂ ਵਰਤੋਂ ਨਾਲ ਧੀਰ ਆਪਣੀਆਂ ਕਵਿਤਾਵਾਂ ਨੂੰ ਚਮਤਕਾਰੀ ਬਣਾ ਦਿੰਦਾ ਸੀ। ਵਿਧਾਤਾ ਸਿੰਘ ਧੀਰ ਨੂੰ ਭਾਰਤ ਸਰਕਾਰ ਵੱਲੋਂ ਸੁਤੰਤਰਤਾ ਸੰਗਰਾਮੀ ਵਜੋਂ ਤਾਮਰ ਪੱਤਰ ਦੇ ਕੇ ਸਨਮਾਨਿਆ ਗਿਆ। ਦੇਹਾਂਤ: ਵਿਧਾਤਾ ਸਿੰਘ ਧੀਰ ਦਾ ਦੇਹਾਂਤ 4 ਜਨਵਰੀ 1973 ਨੂੰ ਹੋਇਆ। ਇਹਨਾਂ ਨੋਟਸ ਦਾ PDF ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ। ਵੀਡੀਓ ਨੂੰ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ ਜੀ।